ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਰਾਹੁਲ ਕਾਲਾ ਤੇ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਮੋਹਾਲੀ ਸਰਹੱਦ ਦੇ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਮੋਰਚਾ ਚੱਲਿਆ ਹੋਇਆ ਉਸ ਤੋਂ ਸ਼ੁਰੂ ਕਰਾਂਗੇ। ਅੱਜ 6ਵੇਂ ਦਿਨ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੈਦਲ ਮਾਰਚ ਚੰਡੀਗੜ੍ਹ 'ਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਂਤਮਈ ਤਰੀਕੇ ਦੇ ਨਾਲ। ਤੇ ਅੱਜ 6ਵੇਂ ਦਿਨ ਵੀ 31 ਸਿੰਘਾਂ ਦਾ ਜੱਥਾ ਜਿਹੜਾ ਆ ਉਹ ਪੈਦਲ ਮਾਰਚ ਕਰਨ ਲਈ ਨਿਕਲਦਾ, ਪਰ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ। ਤਾਂ ਅੱਜ 31 ਜਿਹੜੇ ਹੈ ਜੱਥੇ ਦੇ ਵਿੱਚ ਲੋਕ ਸ਼ਾਮਲ ਹੁੰਦੇ ਆ, ਪਰ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ। ਤਾਂ ਚੰਡੀਗੜ੍ਹ ਮੋਹਾਲੀ ਦੀ ਸਰਹੱਦ ਤੋਂ ਪਿਛਲੇ 36 ਦਿਨਾਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਜਿਹੜਾ ਮੋਰਚਾ ਨਿਰੰਤਰ ਲਗਾਤਾਰ ਚੱਲਿਆ ਹੋਇਆ। ਤਾਂ ਹੁਣ ਇਸੇ ਹੀ ਮੋਰਚੇ ਦਾ ਸੇਕ ਸਰਕਾਰੀ ਦਰਬਾਰੇ ਤੱਕ ਪਹੁੰਚਦਾ ਵੀ ਦਿਖਾਈ ਦਿੱਤਾ ਹੈ ਤੇ ਮੋਰਚੇ ਦੇ ਜੋ ਮੰਗਾਂ ਆ ਉਸ ਨੂੰ ਹੌਲੀ ਹੌਲੀ ਬੂਰ ਪੈਦਾ ਵੀ ਦਿਖਾਈ ਦੇ ਰਿਹਾ, ਜਿਸ ਦੇ ਤਹਿਤ ਅੱਜ 32 ਸਾਲ ਬਾਅਦ ਇੱਕ ਬੰਦੀ ਸਿੰਘ ਨੂੰ ਪੈਰੋਲ ਤੇ ਛੁੱਟੀ ਦਿੱਤੀ ਗਈ ਹੈ। 2 ਮਹੀਨੇ ਦੀ ਪੈਰੋਲ ਮਿਲੀ ਹੈ। ਔਰ ਜੇਕਰ ਦੇਖਿਆ ਜਾਵੇ ਤਾਂ ਭਾਈ ਗੁਰਦੀਪ ਸਿੰਘ ਖੇੜਾ ਜੋ ਤਕਰੀਬਨ 1990 ਤੋਂ ਜੇਲ੍ਹ ਦੇ ਵਿੱਚ ਬੰਦ ਸੀ, ਉਹਨਾਂ ਨੂੰ 8 ਹਫ਼ਤਿਆਂ ਦੀ ਪੈਰੋਲ ਤੇ ਬਾਹਰ ਭੇਜਿਆ ਗਿਆ। 6 ਫਰਵਰੀ ਨੂੰ ਉਹਨਾਂ ਨੂੰ ਪੈਰੋਲ ਦਿੱਤੀ ਸੀ। ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਅੰਮ੍ਰਿਤਸਰ ਦੇ ਪਿੰਡ ਜਿਹੜਾ ਰਈਆ ਦੇ ਨੇੜੇ ਹੈ ਜੱਲੂਪੁਰ ਖੇੜਾ, ਉੱਥੇ ਰਹਿ ਰਹੇ ਨੇ। ਤਾਂ 8 ਸਾਲ ਪਹਿਲਾਂ 2015 ਦੇ ਵਿੱਚ ਗੁਰਦੀਪ ਸਿੰਘ ਖੇੜਾ ਨੂੰ ਕਰਨਾਟਕਾ ਤੋਂ ਅੰਮ੍ਰਿਤਸਰ ਸੈਂਟਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਸੀ। ਗੁਰਦੀਪ ਖੇੜਾ ਦਾ ਜਨਮ ਜਿਹੜਾ ਅੰਮ੍ਰਿਤਸਰ ਦੇ ਰਈਆ ਦੇ ਪਿੰਡ ਜੱਲੂਪੁਰ ਦੇ ਵਿੱਚ ਹੋਇਆ ਸੀ। 1984 ਚ ਹੋਏ ਕਤਲੇਆਮ ਤੋਂ ਬਾਅਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵਿੱਚ ਸ਼ਾਮਲ ਹੋ ਗਏ ਸੀ ਗੁਰਦੀਪ ਸਿੰਘ ਖੇੜਾ। ਤੇ ਉਸ ਤੋਂ ਬਾਅਦ ਫਿਰ 1988 1999 ਦੇ ਵਿੱਚ ਦਿੱਲੀ, ਫਿਰ ਬਾਅਦ ਵਿੱਚ ਕਰਨਾਟਕਾ ਦੇ ਅੰਦਰ ਬਿਦਰ ਸ਼ਹਿਰ ਦੇ ਵਿੱਚ ਬੰਬ ਧਮਾਕੇ ਕੀਤੇ ਸੀ। ਇਸ ਇਲਜ਼ਾਮਾਂ ਦੇ ਤਹਿਤ 1990 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ 1991 ਨੂੰ ਤਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਗੁਰਦੀਪ ਸਿੰਘ ਨੂੰ। ਤਾਂ ਹੁਣ 32 ਸਾਲਾਂ ਬਾਅਦ ਪੈਰੋਲ ਤੇ ਰਿਹਾ ਹੋਏ ਨੇ। ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜੋ ਜ਼ਮਾਨਤ ਤੇ ਬਾਹਰ ਆਏ ਨੇ, ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ। ਤਾਂ ਉਸ ਤੋਂ ਬਾਅਦ ਆਂਦੇ ਸਾਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਹਨਾਂ ਨੇ ਆਂਦੇ ਸਾਰ ਉਠਾਇਆ। ਜਿਸ ਤਨ ਲੱਗੇ ਸੋਈ ਜਾਣੇ, ਮੈਂ 7 ਮਹੀਨੇ ਕੱਟੇ, ਅੱਜ ਪੂਰੇ 7 ਮਹੀਨੇ ਹੋਏ ਆ। ਉਹ ਲੋਕ ਜਿਨ੍ਹਾਂ ਨੇ ਅਦਾਲਤ ਵੱਲੋਂ ਦਿੱਤੀ ਹੋਈ ਸਜ਼ਾ ਪੂਰੀ ਕਰਨ ਤੋਂ ਬਾਅਦ 22 25 ਸਾਲ ਬੰਦੀ ਸਿੰਘ ਜਿਨ੍ਹਾਂ ਨੂੰ ਰਿਹਾ ਕਰਾਉਣ ਵਾਸਤੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਪੱਕਾ ਮੋਰਚਾ ਲੱਗਿਆ ਹੋਇਆ। ਉਸ ਤੋਂ ਬਾਅਦ ਦੇ ਵਿੱਚ ਜੀਰਾ ਫੈਕਟਰੀ, ਉਸ ਤੋਂ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਪੱਕਾ ਮੋਰਚਾ ਲਾਉਣ ਦੀ ਲੋੜ ਪਈ। ਜਦ ਕਿ ਵੋਟਾਂ ਤੋਂ ਪਹਿਲਾਂ ਇਹ ਚੁਟਕੀ ਵੀ ਆਉਂਦੇ ਸੀ, ਚੁਟਕੀ ਵੀ ਅਸੀਂ ਏਦਾਂ ਫੜ ਕੇ ਅੰਦਰ ਦੇ ਦਿਆਂਗੇ। ਹੁਣ 11 ਮਹੀਨੇ ਹੋ ਗਏ, ਲਾਅ ਐਂਡ ਆਰਡਰ ਸਿੱਧੂ ਮੂਸੇਵਾਲਾ ਭੇਟ ਚੜਿਆ। ਪੰਜਾਬ ਦੇ ਵਿੱਚ ਕੈਸੀ ਦੁਰਦਸ਼ਾ। ਲਤੀਫਪੁਰ ਕਹਿੰਦੇ ਸੀ ਹਰ ਬੰਦੇ ਦੇ ਸਿਰ ਤੇ ਛੱਤ ਹੋਊਗੀ। ਉਹ ਲਤੀਫਪੁਰ ਵਾਲਿਆਂ ਦਾ ਕੀ, ਤੁਸੀਂ ਉਹਨਾਂ ਨੂੰ ਬੇਘਰੇ ਕਰ ਦਿੱਤਾ, ਉਹ ਧਰਨਾ ਲਾਈ ਬੈਠੇ ਆ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਵਾਦਾਂ 'ਚ ਘਿਰਦੇ ਦਿਖਾਈ ਦੇ ਰਹੇ ਨੇ। ਇੱਕ ਵੀਡੀਓ ਸਾਹਮਣੇ ਆਈ ਹੈ ਜੋ ਫਰੀਦਾਬਾਦ ਦੇ ਸੈਕਟਰ 15 ਦੀ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਤਾਂ ਇਸ ਦੌਰਾਨ ਅਰਦਾਸ ਕੀਤੀ ਗਈ ਤੇ ਅਰਦਾਸ ਦੇ ਵਿੱਚ ਮਨੋਹਰ ਲਾਲ ਖੱਟਰ ਬਿਨਾਂ ਸਿਰ ਢੱਕੇ ਹੋਏ ਖੜੇ ਦਿਖਾਈ ਦਿੱਤੇ ਨੇ, ਜਿਸ ਨੂੰ ਲੈ ਕੇ ਹੁਣ ਜਿੱਥੇ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ, ਆਮ ਆਦਮੀ ਪਾਰਟੀ ਦੇ ਲੀਡਰ ਨੀਲ ਗਰਗ ਨੇ ਤੇ ਨਾਲ ਦੀ ਨਾਲ ਅਕਾਲੀ ਦਲ ਦੇ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਰਦਾਸ ਦੇ ਵਿੱਚ ਨੰਗੇ ਸਿਰ ਖੜ ਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੇ ਇਸ ਦਾ ਉਹਨਾਂ ਨੇ ਸਖਤ ਨੋਟਿਸ ਲਿਆ। ਉਹਨਾਂ ਨੇ ਕਿਹਾ ਕਿ ਖੱਟਰ ਨੂੰ ਇਸ ਸੰਬੰਧੀ ਮਾਫੀ ਮੰਗਣੀ ਚਾਹੀਦੀ ਹੈ। ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਪੰਜਾਬ ਦੇ ਨਾਲ ਤਾਲੁਕਾਤ ਰੱਖਦੇ ਨੇ, ਉਹਨਾਂ ਨੂੰ ਸਿੱਖਾਂ ਦੀ ਮਰਿਆਦਾ ਦਾ ਪਤਾ ਵੀ ਹੈ, ਪਰ ਫਿਰ ਵੀ ਉਹਨਾਂ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਨੇ ਆਖਿਆ ਕਿ ਸਿੱਖ ਜਿਹੜੇ ਹੈ ਸਿੱਖਾਂ ਦੀ ਅਰਦਾਸ ਦੀ ਇੱਕ ਮਰਿਆਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ
ਇਸ ਜੋ ਕਾਰਵਾਈ ਕੀਤੀ ਗਈ ਹੈ ਇਹ ਜਾਣਬੁੱਝ ਕੇ ਕੀਤੀ ਗਈ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਹੈ ਠੇਸ ਪਹੁੰਚਾਈ ਗਈ ਹੈ ਖੱਟਰ ਵੱਲੋਂ, ਤੇ ਇਸ ਕਰਕੇ ਉਹਨਾਂ ਨੂੰ ਇਸ ਸੰਬੰਧੀ ਮਾਫੀ ਮੰਗਣੀ ਚਾਹੀਦੀ ਹੈ। ਉਧਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਮੋਗਾ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਆਪਣਾ ਸ਼ੋਅ ਲਗਾ ਰਹੇ ਹੁੰਦੇ ਹੈ, ਜਿਸ ਦੌਰਾਨ ਸੈਲਫੀ ਲੈਣ ਦੇ ਲਈ ਜਦੋਂ ਉਹਨਾਂ ਦੇ ਚਹੇਤੇ ਸਟੇਜ ਤੇ ਪਹੁੰਚਦੇ ਆ ਤਾਂ ਬਾਉਂਸਰਾਂ ਵੱਲੋਂ ਚਹੇਤਿਆਂ ਦੇ ਨਾਲ ਧੱਕਾ ਮੁੱਕੀ ਕੀਤੀ ਜਾਂਦੀ ਹੈ, ਬਦਸਲੂਕੀ ਕੀਤੀ ਜਾਂਦੀ ਹੈ, ਜਿਸ ਤੋਂ ਦੌਰਾਨ ਕਾਫੀ ਹੰਗਾਮਾ ਹੋ ਜਾਂਦਾ ਹੈ ਉਹਨਾਂ ਦੇ ਲਾਈਵ ਸ਼ੋਅ ਦੇ ਵਿੱਚ, ਤੇ ਸ਼ੋਅ ਨੂੰ ਅੱਧ ਵਿਚਾਲੇ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਅੰਮ੍ਰਿਤ ਮਾਨ, ਜਿਸ ਨੂੰ ਲੈ ਕੇ ਉੱਥੇ ਮੌਜੂਦ ਬਰਾਤ ਦੇ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਨੇ ਸਖਤ ਇਤਰਾਜ਼ ਜਤਾਇਆ ਤੇ ਨਾਲ ਦੀ ਨਾਲ ਕਿਹਾ ਕਿ ਉਹਨਾਂ ਨੂੰ ਰਿਫੰਡ ਮਿਲਣਾ ਚਾਹੀਦਾ ਹੈ। 10 ਲੱਖ ਰੁਪਇਆ ਦੇ ਕੇ ਉਹਨਾਂ ਨੇ ਅੰਮ੍ਰਿਤ ਮਾਨ ਨੂੰ ਬੁੱਕ ਕੀਤਾ ਸੀ ਤੇ 3 ਘੰਟੇ ਗਾਣ ਦੀ ਬਜਾਏ ਉਹ 1 ਘੰਟਾ ਪਹਿਲਾਂ ਹੀ ਉੱਥੋਂ ਫਰਾਰ ਹੋ ਗਏ। ਇੱਥੇ ਆਏ ਸੀਗੇ ਆਪਦੇ ਪ੍ਰੋਗਰਾਮ ਤੇ ਬੈਠੇ ਸੀਗੇ ਇੱਥੇ, ਫੇਰ ਆ ਕੇ ਪਹਿਲਾਂ ਸਟੇਜ ਤੇ ਗਾਲਾਂ ਕੱਢੀਆਂ, ਉਹਦਾ ਟਾਈਮ ਲਾਉਣ ਤੋਂ ਭੱਜਣ ਦੇ ਮਾਰੇ ਭੱਜ ਗਏ। ਆ ਕੇ ਉਹਦੇ ਗਨਮੈਨ ਨੇ ਮੇਰੇ ਲੜਕੇ ਨੂੰ ਮੇਰੇ ਕੋਲ ਬੈਠੇ ਗਲਮੋਂ ਫੜਿਆ, ਧੱਕੇ ਮਾਰ ਕੇ ਨਾਲ ਬਾਕਸਰ ਲਿਆ ਕੇ ਖਿੱਚਣ ਲੱਗਾ। ਕੀ ਮੰਗ ਕਰਦੇ ਜੀ? ਮੰਗ ਕੀ ਕਰਦੇ ਜੀ? ਉਹ ਧੱਕੇ ਲਿਆ ਕੇ ਕੁੱਟਣ ਨੂੰ ਚਾਹੁੰਦੇ ਸੀ। ਕੁੱਟਾਂਗੇ। ਤੁਸੀਂ ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਦੋ ਦੇ ਪਰਚਾ ਹੋਵੇ, ਸਾਡੇ ਮੁੰਡੇ ਤੇ ਵੀ ਹੋਵੇ। ਸਾਡੇ 900 ਬੰਦੇ ਦਾ ਪ੍ਰੋਗਰਾਮ 10 ਲੱਖ ਰੁਪਇਆ ਸਾਡਾ ਖਰਚ ਹੋਇਆ, ਬੰਦੇ ਨੇ ਮੇਰੇ ਮੁੰਡੇ ਤੇ ਵੀ ਹੋਵੇ, ਉਹਨਾਂ ਦੇ ਗਾਉਣ ਵਾਲੇ ਤੇ ਵੀ ਹੋਵੇ, ਅਮਰਤਪਾਲ ਤੇ ਉਹਦੇ ਗਨਮੈਨ ਤੇ ਵੀ ਹੋਵੇ, ਜਿਨ੍ਹਾਂ ਨੇ ਸਾਨੂੰ ਧੱਕੇ ਮਾਰੇ ਆ। ਧੱਕੇ ਮਾਰੇ ਆ। ਮੈਂ ਅੱਜ ਮੁੰਡੇ ਲੈ ਕੇ ਉਹਨਾਂ ਪੇਸ਼ ਕਰਾਉਣਾ ਹੁਣ ਪੇਸ਼। ਉਧਰ ਪੰਜਾਬ ਦੇ ਵਿੱਚ ਇੱਕ ਅੱਜ ਨਵੀਂ ਕਿਸਾਨ ਜਥੇਬੰਦੀ ਸਾਹਮਣੇ ਆਈ ਹੈ। ਲੌਂਗੋਵਾਲ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਇਸ ਦੌਰਾਨ ਇੱਕ ਕਿਸਾਨ ਜਥੇਬੰਦੀ ਦਾ ਆਗਾਜ਼ ਹੋਇਆ। ਨਵੇਂ ਕਿਸਾਨ ਸੰਗਠਨ ਦਾ ਨਾਮ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਤਾਂ ਇਹ ਰੱਖਿਆ ਗਿਆ ਨਾਮ। ਇਸ ਦਾ ਗਠਨ ਜਿਹੜਾ ਹੈਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ, ਉਹਨਾਂ ਨੇ ਆਪਣਾ ਅੱਜ ਵੱਖਰਾ ਧੜਾ ਬਣਾ ਲਿਆ ਤੇ ਇਸ ਨੂੰ ਹੁਣ ਕਿਸਾਨ ਜਥੇਬੰਦੀ ਦਾ ਨਾਮ ਦੇ ਦਿੱਤਾ, ਕਿਸਾਨ ਯੂਨੀਅਨ ਏਕਤਾ ਆਜ਼ਾਦ ਰੱਖਿਆ ਗਿਆ। ਤਾਂ ਅੱਜ ਬਰਖਾਸਤਗੀ ਤੋਂ ਬਾਅਦ ਜੋ ਐਕਸ਼ਨ ਕੀਤਾ ਗਿਆ ਔਰ ਹੁਣ ਇਸ ਜਥੇਬੰਦੀ ਦਾ ਇੱਕ ਜਿਹੜਾ ਹੈਗਾ ਹੈ 9 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਝੰਡਾ ਤੇ ਨਾਲ ਸੋਸ਼ਲ ਮੀਡੀਆ ਦੇ ਪੇਜ ਵੀ ਅੱਜ ਐਲਾਨ ਦਿੱਤੇ ਗਏ ਨੇ। ਉਧਰ ਹੁਣ ਪੰਜਾਬ ਦੇ ਵਿੱਚ ਜੋ ਪੈਟਰੋਲ ਡੀਜ਼ਲ ਦੇ ਉੱਪਰ 90 ਪੈਸੇ ਸਰਕਾਰ ਵੱਲੋਂ ਸੈਸ ਲਗਾਇਆ ਗਿਆ ਸੀ, ਤਾਂ ਇਸ ਦਾ ਅਸਰ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਪੀਆਰਟੀਸੀ ਹੁਣ ਬੱਸਾਂ ਦੇ ਸਫ਼ਰ ਜਿਹੜਾ ਹੈ ਉਸ ਦਾ ਕਿਰਾਇਆ ਮਹਿੰਗਾ ਕਰਨ ਜਾ ਰਹੀ ਹੈ। 10 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਕਿਰਾਏ ਦੇ ਵਿੱਚ ਵਾਧਾ ਕੀਤਾ ਜਾਵੇਗਾ ਤੇ ਇਸ ਦਾ ਪ੍ਰਸਤਾਵ ਜਿਹੜਾ ਹੈਗਾ ਆ ਉਹ ਸਰਕਾਰ ਨੂੰ ਭੇਜਿਆ ਜਾਵੇਗਾ ਪੀਆਰਟੀਸੀ ਵੱਲੋਂ। ਜਦੋਂ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਵਾਧੂ ਕਿਰਾਇਆ ਜਿਹੜਾ ਹੈਗਾ ਆ ਉਹ ਸੂਬੇ ਦੇ ਵਿੱਚ ਲਾਗੂ ਹੋ ਜਾਵੇਗਾ। ਪੀਆਰਟੀਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਜ਼ਲ ਦੇ ਜਿਵੇਂ ਰੇਟ ਵਧੇ ਹੈ ਤੇ ਰੇਟ ਵਧਣ ਦੇ ਨਾਲ ਉਹਨਾਂ ਦੇ ਮਹਿਕਮੇ ਦੇ ਉੱਪਰ ਵਾਧੂ ਦਾ ਬੋਝ ਪੈ ਰਿਹਾ, ਕਿਉਂਕਿ ਪਹਿਲਾਂ ਹੀ ਪੀਆਰਟੀਸੀ ਦੇ ਕੋਲ 1238 ਬੱਸਾਂ ਹੈ ਤੇ ਬੱਸਾਂ ਨੂੰ ਡੇਲੀ ਚਲਾਉਣ ਦੇ ਲਈ ਤਕਰੀਬਨ ਪੈਟਰੋਲ ਜਿਹੜਾ ਡੀਜ਼ਲ ਦਾ ਖਰਚਾ ਕਾਫੀ ਆ ਜਾਂਦਾ ਹੈ ਤੇ ਉੱਪਰੋਂ ਮਹਿਲਾਵਾਂ ਦਾ ਸਫ਼ਰ ਵੀ ਫ੍ਰੀ ਹੋਣ ਦੇ ਕਾਰਨ ਕਾਫੀ ਆਰਥਿਕ ਮੰਦੀ ਜਿਹੜੀ ਆ ਝੱਲਣੀ ਪੈ ਰਹੀ ਹੈ ਤੇ ਇਸ ਕਰਕੇ ਹੁਣ ਬੱਸ ਦਾ ਸਫ਼ਰ ਜਿਹੜਾ ਹੈਗਾ ਉਹ 10 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਮਹਿੰਗਾ ਹੋਵੇਗਾ। ਉਧਰ ਲੁਧਿਆਣਾ ਦੇ ਵਿੱਚ ਇੱਕ ਯਾਤਰੀ ਟ੍ਰੇਨ ਦੇ ਉੱਪਰ ਅਣਪਛਾਤਿਆਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਤੇ ਇਸ ਦੌਰਾਨ ਇੱਕ 8 ਸਾਲ ਦੇ ਬੱਚੇ ਦੇ ਸਿਰ ਦੇ ਉੱਪਰ ਪੱਥਰ ਲੱਗ ਗਿਆ, ਜਿਸ ਕਰਕੇ ਸਿਰ ਦੀ ਹੱਡੀ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਬੱਚਾ ਜਿਹੜਾ ਹੈਗਾ ਆ 8 ਸਾਲ ਦਾ, ਜਿਸ ਦੀ ਪਛਾਣ ਧਰੁਵ ਵਜੋਂ ਹੋਈ ਹੈ, ਕਾਫੀ ਨਾਜ਼ੁਕ ਸਥਿਤੀ ਦੇ ਵਿੱਚ ਹੈਗਾ ਹੈ। ਤਾਂ ਇਸ ਵਿਚਾਲੇ ਸਵਾਲ ਖੜੇ ਹੁੰਦੇ ਹੈ ਆਰਪੀਐਫ ਦੇ ਜੋ ਰੇਲਵੇ ਸੁਰੱਖਿਆ ਬਲ ਹੈਗਾ ਉਹਨਾਂ ਦੀ ਸੁਸਤੀ ਦੇ ਕਾਰਨ ਹੀ ਅਜਿਹੀ ਘਟਨਾਵਾਂ ਵਾਪਰੀਆਂ ਨੇ ਤੇ ਇਸ ਘਟਨਾ ਦੇ ਦੌਰਾਨ ਜੋ ਬੱਚਾ ਧਰੁਵ ਹੈਗਾ ਉਸ ਨੂੰ ਜਿਹੜਾ ਸਭ ਤੋਂ ਪਹਿਲਾਂ ਜਦੋਂ ਰੇਲ ਦੇ ਵਿੱਚ ਸੱਟ ਵੱਜਦੀ ਹੈ, ਪੱਥਰ ਵੱਜਦਾ ਤਾਂ ਸਟਾਫ ਦੀ ਮਦਦ ਦੇ ਨਾਲ ਮੁੱਢਲੀ ਸਹਾਇਤਾ ਤਾਂ ਦਿੱਤੀ ਜਾਂਦੀ ਹੈ, ਪਰ ਖੂਨ ਦਾ ਵਹਾਅ ਜ਼ਿਆਦਾ ਹੋਣ ਕਰਕੇ ਬੱਚੇ ਦੀ ਸਥਿਤੀ ਜਿਹੜੀ ਹੈ ਨਾਜ਼ੁਕ ਹੋ ਜਾਂਦੀ, ਜਿਸ ਤੋਂ ਬਾਅਦ ਫਿਰ ਉਸ ਨੂੰ ਲੁਧਿਆਣਾ ਦੇ ਹੀ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸਿਰ ਦੀ ਹੱਡੀ ਟੁੱਟਣ ਦੀ ਜਿਹੜੀ ਹੈ ਉਹ ਖਬਰ ਸਾਹਮਣੇ ਹੈ। ਉਧਰ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ 28 ਫਰਵਰੀ ਤੱਕ ਇਨਸਾਫ ਉਹਨਾਂ ਨੂੰ ਦਿਵਾ ਦਿੱਤਾ ਜਾਵੇਗਾ। ਜੋ ਸਿੱਖ ਸੰਗਤ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ, ਤਾਂ ਕੁਲਦੀਪ ਸਿੰਘ ਧਾਲੀਵਾਲ ਜੋ ਪੰਚਾਇਤ ਮੰਤਰੀ ਹੈ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਸ਼ਬਦਾਂ ਦੇ ਵਿੱਚ ਸੰਕੇਤ ਦਿੱਤਾ ਹੈ ਕਿ 28 ਫਰਵਰੀ ਤੱਕ ਇਨਸਾਫ ਮਿਲ ਜਾਵੇਗਾ। ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਰਮਾਤਮਾ ਕਿਰਪਾ ਕਰੇ ਐਸੇ ਮਹੀਨੇ ਦੇ ਵਿੱਚ ਇਹ ਮਸਲਾ ਜਿਹੜਾ ਹੱਲ ਹੋ ਜੇ ਤੇ ਬਲ ਸਭ ਦੀਆਂ
ਜਿਹੜੇ ਮਨ ਆ ਹਿਰਦੇ ਸ਼ਾਂਤ ਹੋ ਜਾਣਗੇ, ਕਿਉਂਕਿ ਸਾਡੇ ਗੁਰੂ ਦਾ ਮਸਲਾ ਇੰਨੀ ਗੱਲ ਹੈ। ਨਹੀਂ ਜੀ, ਉਹਦਾ ਐਂਡ ਟਾਈਮ ਬਾਉਂਡ ਨਹੀਂ ਕੀਤਾ, ਪਰ ਉਹਨਾਂ ਨੂੰ ਕਿਹਾ ਕਿ ਐਂਡ ਤੱਕ ਜਿਹੜਾ ਉਹ ਅਸੀਂ ਵਾਲਾ ਸਾਡਾ ਮਸਲਾ ਜਿਹੜਾ ਮਹਾਰਾਜ ਕਿਰਪਾ ਕਰੂਗਾ ਹੋ। ਹਾਂ ਮਤਲਬ ਪੋਲੀਟੀਕਲੀ ਦੇਖੋ ਪੋਲੀਟੀਕਲੀ ਤੁਸੀਂ ਮੀਡੀਆ ਦੇ ਸਾਥੀ ਜੇ, ਉੱਥੇ ਵੀ ਬੜੇ ਸਿਆਣੇ ਲੋਕ ਬੈਠੇ ਆ। ਪੋਲੀਟੀਕਲੀ ਆਪਾਂ ਨੂੰ ਮੁੱਖ ਮੰਤਰੀ ਜੀ ਦੇ ਟਵੀਟ ਤੋਂ ਸਮਝ ਲੈਣਾ ਚਾਹੀਦਾ ਕਿ ਸਰਕਾਰ ਕੀ ਕਰਨ ਜਾ ਰਹੀ। ਉਧਰ ਲੁਧਿਆਣਾ ਦੇ ਵਿੱਚ 1.5 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਦੀ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਮਾਸੂਮ ਬੱਚੀ ਘਰ ਦੇ ਵਿੱਚ ਖੇਡ ਰਹੀ ਹੁੰਦੀ ਹੈ, ਜਿਸ ਦੌਰਾਨ ਇੱਕ ਵਿਅਕਤੀ ਆਂਦਾ ਹੈ ਔਰ ਉਹਨਾਂ ਦੀ ਬੇਟੀ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾ ਲੈਂਦਾ, ਤਾਂ ਉੱਥੋਂ ਫਿਰ ਉਸ ਨੂੰ ਗੋਦ 'ਚ ਬਿਠਾ ਕੇ ਆਪਣੇ ਨਾਲ ਲੈ ਜਾਂਦਾ, ਜਿਸ ਤੋਂ ਬਾਅਦ ਅਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਬਲਾਤਕਾਰ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਮੋਗਾ ਪੁਲਿਸ ਵੱਲੋਂ ਸੁਖਪ੍ਰੀਤ ਸਿੰਘ ਬੁੱਢਾ ਗੈਂਗਸਟਰ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ, ਤਾਂ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ। ਦਰਅਸਲ ਇੱਕ ਵਿਅਕਤੀ ਨੂੰ ਜੇਲ੍ਹ ਤੋਂ ਫੋਨ ਕੀਤਾ ਜਾਂਦਾ ਹੈ ਮੋਗਾ ਦੇ ਵਿੱਚ, ਔਰ ਧਮਕੀ ਭਰਿਆ ਫੋਨ ਹੁੰਦਾ ਹੈ, ਪੈਸੇ ਦੀ ਮੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਮੁਕੱਦਮਾ ਨੰਬਰ 2021 ਦੇ ਵਿੱਚ ਦਰਜ ਹੁੰਦਾ ਮੁਕੱਦਮਾ ਨੰਬਰ 276, ਤੇ ਇਸ ਦੇ ਤਹਿਤ ਮੋਗਾ ਪੁਲਿਸ ਵੱਲੋਂ ਸੁਖਪ੍ਰੀਤ ਬੁੱਢਾ ਨੂੰ ਦਿੱਲੀ ਤੋਂ ਲਿਆ ਕੇ ਆਪਣੀ ਪ੍ਰੋਡਕਸ਼ਨ ਵਾਰੰਟ ਤੋਂ ਲਿਆ ਕੇ ਰਿਮਾਂਡ ਤੇ ਲੈ ਲਿਆ ਜਾਂਦਾ ਹੈ। ਉਧਰ ਰੂਪਨਗਰ ਦੇ ਅਧੀਨ ਪੈਂਦੇ ਨੰਗਲ ਦੇ ਵਿੱਚ ਭਾਖੜਾ ਨਹਿਰ ਦੇ ਅੰਦਰ ਇੱਕ ਕਾਰ ਡਿੱਗ ਜਾਂਦੀ ਹੈ। ਕਾਰ 'ਚ ਸਵਾਰ ਪਰਿਵਾਰ ਮੱਥਾ ਟੇਕਣ ਦੇ ਲਈ ਘਰੋਂ ਨਿਕਲ ਰਿਹਾ ਹੁੰਦਾ ਹੈ ਔਰ ਰਸਤੇ ਦੇ ਵਿੱਚ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ, ਤਾਂ ਕਾਰ ਸਿੱਧੀ ਭਾਖੜਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਔਰ ਜਿਵੇਂ ਹੀ ਕਾਰ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਸਥਾਨਕ ਲੋਕ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ, ਉਸ ਦੇ ਵਿੱਚ ਸਵਾਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ, ਪਰ ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ। ਤਾਂ BBMB ਦੇ ਮੁਲਾਜ਼ਮ ਮੋਹਨ ਲਾਲ ਆਪਣੀ ਪਤਨੀ, ਭੈਣ ਤੇ ਭਰਜਾਈ ਦੇ ਨਾਲ ਇੱਕ ਬਾਬੇ ਦੇ ਮੰਦਿਰ ਮੱਥਾ ਟੇਕਣ ਲਈ ਘਰੋਂ ਜਾ ਰਹੇ ਹੁੰਦੇ, ਤਾਂ ਰਸਤੇ ਵਿੱਚ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ, ਜਿਸ ਕਰਕੇ ਅਜਿਹੀ ਇੱਕ ਵਾਰਦਾਤ ਵਾਪਰ ਜਾਂਦੀ ਹੈ। ਉਧਰ ਜਲੰਧਰ ਦੇ ਥਾਣਾ 1 ਅਧੀਨ ਆਉਂਦੇ ਖੇਤਰ ਬਲਟਨ ਪਾਰਕ ਦੇ ਵਿੱਚ ਤੜਕਸਾਰ ਤਕਰੀਬਨ 3 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਸਤਨਾਮ ਸਿੰਘ ਸੱਤੇ ਦਾ ਕਤਲ ਕਰ ਦਿੱਤਾ ਗਿਆ, ਜੋ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਗੇਟ ਤੇ ਸਾਈਕਲ ਸਟੈਂਡ ਤੇ ਕਰਿੰਦੇ ਦਾ ਕੰਮ ਕਰ ਰਿਹਾ ਹੁੰਦਾ ਹੈ। ਤਾਂ ਤੜਕਸਾਰ 3 ਵਜੇ ਦੇ ਕਰੀਬ ਕੁਝ ਅਣਪਛਾਤੇ ਆਉਂਦੇ ਆ, ਉਸ ਨੂੰ ਕਿਡਨੈਪ ਕਰ ਲੈਂਦੇ ਆ, ਤੇ ਬਾਅਦ ਵਿੱਚ ਜਦੋਂ ਸਵੇਰੇ ਉਸ ਦੀ ਭਾਲ ਕੀਤੀ ਜਾਂਦੀ ਹੈ ਤਾਂ ਉਸ ਦੀ ਲਾਸ਼ ਬਰਾਮਦ ਹੁੰਦੀ ਹੈ। ਤੇਜ਼ਧਾਰ ਹਥਿਆਰਾਂ ਦੇ ਨਾਲ ਸੱਤਾ ਦਾ ਕਤਲ ਕਰਕੇ ਮੌਕੇ ਤੋਂ ਮੁਲਜ਼ਮ ਜਿਹੜੇ ਆ ਉਹ ਫਰਾਰ ਹੋ ਜਾਂਦੇ ਨੇ। ਪੁਲਿਸ ਹੁਣ ਇਹਨਾਂ ਮੁਲਜ਼ਮਾਂ ਦੀ ਭਾਲ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ। ਉਧਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਦਾਅਵਾ ਕੀਤਾ ਗਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਲਈ ਬਜਟ ਦੇ ਵਿੱਚ ਰੇਲਵੇ ਲਈ 4762 ਕਰੋੜ ਰੁਪਏ ਰੱਖੇ ਨੇ। ਪੰਜਾਬ ਵਿੱਚ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਏ ਜਾਣਗੇ ਤੇ ਨਾਲ ਦੀ ਨਾਲ ਇਹ ਵੀ ਦਾਅਵਾ ਕੀਤਾ ਗਿਆ ਕਿ ਜਲੰਧਰ ਕੈਂਟ ਦੇ ਲਈ 99 ਕਰੋੜ ਰੁਪਏ ਰੱਖੇ ਨੇ। ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨ ਨੂੰ ਇੱਕ ਅਤੀ ਆਧੁਨਿਕ ਸਟੇਸ਼ਨ ਬਣਾਇਆ ਜਾਵੇਗਾ। ਅੰਮ੍ਰਿਤਸਰ ਤੋਂ ਦਿੱਲੀ ਲਈ ਵੰਦੇ ਭਾਰਤ ਜਿਹੜੀ ਹੈਗੀ ਹੈ ਟ੍ਰੇਨ, ਇਸ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ, ਜਿਵੇਂ ਬਾਕੀ ਦੇਸ਼ ਦੀਆਂ ਹਿੱਸਿਆਂ ਦੇ ਵਿੱਚ ਵੰਦੇ ਭਾਰਤ ਟ੍ਰੇਨ ਚੱਲ ਰਹੀ ਹੈ। ਤਾਂ ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਗਿਆ ਕਿ 51,805 ਕਰੋੜ ਰੁਪਏ ਪੰਜਾਬ ਦੇ ਵਿੱਚ ਸਿਰਫ ਨਸਾਣਾ ਹਾਈਵੇ ਤੇ ਹੀ ਖਰਚ ਕਰਨ ਦੇ ਲਈ ਸਰਕਾਰ ਨੇ ਪ੍ਰਸਤਾਵ ਰੱਖਿਆ ਹੋਇਆ। ਕੇਂਦਰ ਸਰਕਾਰ ਨੇ ਇਹ ਦਾਅਵਾ ਕੀਤਾ ਗਿਆ ਸੋਮ ਪ੍ਰਕਾਸ਼ ਵੱਲੋਂ। ਉਧਰ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਵਿਕਾਸ ਦੀ ਥਾਂ ਤੇ ਕਰਜ਼ਿਆਂ ਦੀ ਸਰਕਾਰ ਬਣਦੀ ਜਾ ਰਹੀ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਸਰਕਾਰ ਘੱਟ ਸਮੇਂ ਦੇ ਵਿੱਚ ਵੱਧ ਕਰਜ਼ੇ ਲੈ ਰਹੀ ਹੈ ਤੇ ਆਪਣਾ ਪ੍ਰਚਾਰ ਕਰ ਰਹੀ ਹੈ, ਇਸ ਹਿਸਾਬ ਦੇ ਨਾਲ ਪੰਜਾਬ ਇੱਕ ਦਿਨ ਵੱਡੇ ਕਰਜ਼ੇ ਦੇ ਸੰਕਟ ਦੇ ਵਿੱਚ ਡੁੱਬਦਾ ਜਾਵੇਗਾ। ਤੇ ਹੁਣ ਲੋਕ ਇਹਨਾਂ ਦੇ ਅਸਲ ਚਿਹਰੇ ਨੂੰ ਜਿਹੜੇ ਆ ਪਛਾਣ ਚੁੱਕੇ ਨੇ ਕਿ ਕਰਜ਼ੇ ਦੇ ਪੈਸੇ ਲੈ ਕੇ ਆਪਣੇ ਚੋਣ ਵਾਅਦੇ ਪੂਰੇ ਕਰ ਰਹੇ ਆ ਤੇ ਪ੍ਰਚਾਰਾਂ ਦੇ ਉੱਪਰ ਪੈਸਾ ਖਰਚ ਕੀਤਾ ਜਾ ਰਿਹਾ ਹੈ। ਉਧਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਦੁਬਈ ਜਾਣ ਵਾਲੀ ਇੱਕ ਫਲਾਈਟ ਦੇ ਵਿੱਚ ਲੜਕੀ ਵੱਲੋਂ ਹਵਾਈ ਅੱਡੇ ਦੇ ਉੱਪਰ ਕਾਫੀ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਹਵਾਈ ਅੱਡੇ ਤੇ
ਚੀਕਾ ਮਾਰ ਕੇ ਖੂਬ ਜਿਹੜਾ ਹੈ ਹੰਗਾਮਾ ਕੀਤਾ ਗਿਆ। ਜਦੋਂ ਇਸ ਦਾ ਪਤਾ ਇਮੀਗ੍ਰੇਸ਼ਨ ਵੱਲੋਂ ਲੱਗਾ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜੀ ਲੜਕੀ ਜਿਹੜੀ ਆ ਉਹ ਕਾਬੂ ਤੋਂ ਬਾਹਰ ਜਾ ਰਹੀ ਸੀ। ਤਾਂ ਇਹ ਵੀ ਪਤਾ ਚੱਲਿਆ ਕਿ ਇਮੀਗ੍ਰੇਸ਼ਨ ਵੱਲੋਂ ਉਸ ਦੇ ਕਾਗਜ਼ਾਤ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਮੁਕੰਮਲ ਨਹੀਂ ਪਾਇਆ ਗਿਆ, ਇਸ ਕਰਕੇ ਉਸ ਨੂੰ ਰਵਾਨਗੀ ਵੱਲ ਜਾਣ ਤੋਂ ਰੋਕ ਦਿੱਤਾ ਗਿਆ। ਤਾਂ ਇਸ ਰੋਕ ਕਰਕੇ ਹੀ ਲੜਕੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸੇ ਤਰ੍ਹਾਂ ਪਟਨਾ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਸਪਾਈਸ ਜੈਟ ਦੀ ਉਡਾਨ ਜੋ ਆ ਰਹੀ ਸੀ, ਇਸ ਦੇ ਵਿੱਚ ਇੱਕ ਮਹਿਲਾ ਯਾਤਰੀ ਦੀ ਮੌਤ ਹੋ ਗਈ। ਟੇਕ ਆਫ ਤੋਂ ਬਾਅਦ ਔਰਤ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੁੰਦੀ, ਜਿਸ ਕਰਕੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਵਾਰਾਣਸੀ ਕਰਨੀ ਪਈ। ਤਾਂ ਇਸ ਦੌਰਾਨ ਜਦੋਂ ਔਰਤ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਤਾਂ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਔਰਤ ਦੀ ਮ੍ਰਿਤਕ ਦੇ ਸੌਂਪ ਦਿੱਤੀ ਗਈ। ਉਧਰ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕਾਂਗਰਸੀ ਮੰਤਰੀਆਂ ਦੇ ਖਿਲਾਫ ਤੇ ਨਾਲ ਦੀ ਨਾਲ ਹੋਰ ਪੰਜਾਬ ਦੇ ਲੀਡਰਾਂ ਦੇ ਖਿਲਾਫ ਕਾਰਵਾਈਆਂ ਤੇਜ਼ ਕੀਤੀਆਂ ਜਾ ਰਹੀਆਂ ਤੇ ਹੁਣ ਮੋਹਾਲੀ ਦੇ ਸਿੱਧੂ ਭਰਾਵਾਂ ਦੇ ਉੱਪਰ ਯਾਨੀ ਕਿ ਬਲਵੀਰ ਸਿੰਘ ਸਿੱਧੂ ਤੇ ਜੀਤੀ ਸਿੱਧੂ ਦੇ ਖਿਲਾਫ ਵਿਜੀਲੈਂਸ ਨੇ ਹੁਣ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਵੱਲੋਂ ਮੇਅਰ ਜੀਤੀ ਖਿਲਾਫ 19 ਜਨਵਰੀ ਨੂੰ ਜਾਂਚ ਖੋਲੀ ਗਈ ਸੀ। ਵਿਜੀਲੈਂਸ ਨੇ ਮੋਹਾਲੀ ਦੇ ਮੇਅਰ ਵੱਲੋਂ ਬਣਾਈਆਂ ਗਈਆਂ ਜੋ ਬੇਨਾਮੀ ਜਾਇਦਾਦਾਂ ਦੀ ਸੂਚੀ ਤਿਆਰ ਕੀਤੀ ਤੇ ਨਾਲ ਦੀ ਨਾਲ ਜ਼ਮੀਨਾਂ ਕਬਜ਼ੇ ਮੋਹਾਲੀ ਨਗਰ ਨਿਗਮ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਸੰਬੰਧੀ ਗੜਬੜੀਆਂ ਪਾਈਆਂ ਤੇ ਇਹਨਾਂ ਦੀ ਜਦੋਂ ਤੱਥ ਖੰਗਾਲੇ ਗਏ ਤਾਂ ਉਸ ਤੋਂ ਬਾਅਦ ਜਾਂਚ ਨੂੰ ਆਪਣਾ ਹੋਰ ਤੇਜ਼ ਕਰ ਦਿੱਤਾ ਗਿਆ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਭਰਾਵਾਂ ਦੇ ਖਿਲਾਫ ਜਾਂਚ ਲਈ ਸਰਕਾਰ ਨੇ ਨਵੰਬਰ ਮਹੀਨੇ ਦੇ ਦੌਰਾਨ ਹਰੀ ਝੰਡੀ ਦੇ ਦਿੱਤੀ ਸੀ। ਉਸ ਤੋਂ ਤੁਰੰਤ ਬਾਅਦ ਪਹਿਲਾਂ ਤਾਂ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਜੋ ਹੁਣ ਇਸ ਸਮੇਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਸਭ ਤੋਂ ਪਹਿਲਾਂ ਇਹਨਾਂ ਦੇ ਖਿਲਾਫ ਜਾਂਚ ਆਰੰਭ ਕੀਤੀ ਗਈ ਸੀ। ਉਸ ਤੋਂ ਬਾਅਦ ਜਿਵੇਂ ਹੀ ਸਿੱਧੂ ਪਰਿਵਾਰ ਦੀਆਂ ਜਾਇਦਾਦਾਂ ਦਾ ਵੇਰਵਾ ਹੋਰ ਗਹਿਰਾਈ ਦੇ ਨਾਲ ਜਾਂਚ ਹੁੰਦਾ ਰਿਹਾ, ਇਹ ਲੰਬਾ ਹੁੰਦਾ ਰਿਹਾ ਤਾਂ ਉਵੇਂ ਹੀ ਵਿਜੀਲੈਂਸ ਦੇ ਜਿਹੜੇ ਆ ਅੱਗੇ ਜਾਂਚ ਵੱਧਦੀ ਗਈ ਤੇ ਇਹ ਜਾਂਚ ਜਿਹੜੀ ਹੈ ਵਿਜੀਲੈਂਸ ਨੇ ਮੇਅਰ ਜੀਤੀ ਵੱਲੋਂ ਬਣਾਈਆਂ ਗਈਆਂ ਜਾਇਦਾਦਾਂ ਤੱਕ ਪਹੁੰਚ ਸ਼ੁਰੂ ਕਰ ਦਿੱਤੀ। ਉਹਨਾਂ ਦੀ ਜਾਇਦਾਦ ਜਿਹੜੀ ਆ ਉਹ ਖੰਗਾਲਣੀ ਸ਼ੁਰੂ ਕਰ ਦਿੱਤੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਦੀਆਂ ਬਲਵੀਰ ਸਿੰਘ ਸਿੱਧੂ ਤੇ ਜੀਤੀ ਸਿੱਧੂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ। ਉਧਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਘਿਰੇ ਹੋਏ IPS ਅਧਿਕਾਰੀ ਕੁਲਦੀਪ ਚਾਹਲ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ CBI ਨੇ IPS ਕੁਲਦੀਪ ਚਾਹਲ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ CBI ਇਸ ਕੁਲਦੀਪ ਸਿੰਘ ਚਾਹਲ ਦੇ ਖਿਲਾਫ ਜਾਂਚ ਕਰ ਰਹੀ ਹੈ। ਚੰਡੀਗੜ੍ਹ ਦੇ ਵੱਡੇ ਵਪਾਰੀ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਬਚਾਉਣ ਦੇ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਹੋਏ ਨੇ। 12 ਦਸੰਬਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਦੇ ਤਤਕਾਲੀ SSP ਕੁਲਦੀਪ ਸਿੰਘ ਚਾਹਲ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕਰਨ ਦੀ ਸਿਫਾਰਿਸ਼ ਕੀਤੀ ਸੀ ਤਾਂ ਉਹਨਾਂ ਨੂੰ ਅਹੁਦੇ ਤੋਂ ਵੀ 12 ਦਸੰਬਰ ਨੂੰ ਰਿਲੀਵ ਕਰ ਦਿੱਤਾ ਸੀ, ਹਟਾ ਦਿੱਤਾ ਸੀ। ਇਸ ਸਮੇਂ ਮੌਜੂਦਾ ਸਮੇਂ ਕੁਲਦੀਪ ਸਿੰਘ ਚਾਹਲ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਤਾਂ ਹੁਣ ਉਹਨਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਸਕਦੀਆਂ ਨੇ। ਉਧਰ ਲਤੀਪੁਰਾ ਦੇ ਵਿੱਚ ਲਤੀਪੁਰਾ ਮਾਮਲੇ ਦੇ ਜੋ ਬੇਘਰ ਕੀਤੇ ਗਏ ਸੀ ਲੋਕ, ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ ਕਿਉਂਕਿ ਕੁਝ ਮਹੀਨੇ ਪਹਿਲਾਂ ਸ਼ੀਤਲ ਅੰਗੁਰਾਲ ਲਤੀਪੁਰ ਵਾਸੀਆਂ ਦੇ ਦੁੱਖ ਜਾਣਨ ਦੇ ਲਈ ਉਹਨਾਂ ਨੂੰ ਭਰੋਸਾ ਦੇਣ ਦੇ ਲਈ ਕਿ ਉਹ ਲਤੀਪੁਰਾ ਵਾਲੇ ਲੋਕਾਂ ਦੀ ਗੱਲ ਮੁੱਖ ਮੰਤਰੀ ਤੱਕ ਪਹੁੰਚਾਉਣਗੇ, ਅਜਿਹਾ ਭਰੋਸਾ ਦੇ ਕੇ ਗਏ ਸੀ। ਪਰ ਮਹੀਨਾ ਬੀਤਣ ਤੋਂ ਬਾਅਦ ਵੀ ਅਜਿਹੀ ਕੋਈ ਵੀ ਹੱਲ ਹੁੰਦਾ ਨਾ ਦਿਖਾਈ ਦਿੱਤਾ ਤਾਂ ਉਸ ਤੋਂ ਬਾਅਦ ਹੁਣ ਥੱਕੇ ਹਾਰੇ ਪ੍ਰਦਰਸ਼ਨਕਾਰੀਆਂ ਨੇ ਲਤੀਪੁਰਾ ਵਾਸੀਆਂ ਨੇ ਸ਼ੀਤਲ ਅੰਗੁਰਾਲ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਨਾਲ ਦੀ ਨਾਲ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੇ ਕਬਜ਼ੇ ਜੋ ਦਾਅਵਾ ਕੀਤਾ ਗਿਆ ਜੋ ਜਲੰਧਰ ਇੰਪਰੂਵਮੈਂਟ ਟਰਸਟ ਵੱਲੋਂ ਦਾਅਵਾ ਕਰਕੇ ਉਹਨਾਂ ਦੇ ਮਕਾਨ ਢਾਹੇ ਗਏ, ਢਹਿਰੀ ਕੀਤੇ ਗਏ 8 ਦਸੰਬਰ ਨੂੰ, ਜਦੋਂ ਤੱਕ ਉਹਨਾਂ ਨੂੰ ਲਤੀਪੁਰਾ ਦੇ ਵਿੱਚ ਹੀ ਮਕਾਨ ਤੇ ਜ਼ਮੀਨ ਅਲਾਟ ਨਹੀਂ ਕਰ ਦਿੰਦੀ ਉਦੋਂ ਤੱਕ ਇਹ ਧਰਨੇ ਦੇ ਰੁੱਖ ਇਵੇਂ ਹੀ ਜਾਰੀ ਰਹਿਣਗੇ। ਉਧਰ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਾਸ ਮੰਨੇ ਜਾਂਦੇ ਪਿੰਡ ਬੂਟ ਦੇ ਸਰਪੰਚ ਤੇ ਪੰਚ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ ਗਿਆ। ਇਹਨਾਂ ਦੋਵਾਂ ਦੇ ਉੱਪਰ ਇਲਜ਼ਾਮ ਨੇ ਕਿ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨ ਦੀ ਥਾਂ ਤੇ ਪੰਚਾਇਤੀ ਜ਼ਮੀਨ ਤੇ ਟਾਈਲਾਂ ਦੀ ਫੈਕਟਰੀ ਇਹਨਾਂ ਨੇ ਲਗਵਾ ਦਿੱਤੀ, ਜਿਸ ਕਰਕੇ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਗਿਆ। BDPO ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ। ਉਧਰ ਸਮਰਾਲਾ ਫਾਇਰ ਬ੍ਰਿਗੇਡ ਸਟੇਸ਼ਨ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ।
ਫਾਇਰ ਬ੍ਰਿਗੇਡ ਸਟੇਸ਼ਨ ਦਾ ਜੋ ਬਿਜਲੀ ਦਾ ਪੈਂਡਿੰਗ ਬਿੱਲ ਆ ਉਹ ਤਕਰੀਬਨ 2,35,000 ਰੁਪਏ ਹੈ ਤੇ ਇਸ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ਦੀ ਸੂਰਤ ਦੇ ਵਿੱਚ ਪਾਵਰਕੌਮ ਨੇ ਫਾਇਰ ਸਟੇਸ਼ਨ ਦੇ ਮੀਟਰ ਨੂੰ ਜਿਹੜਾ ਆ ਉਹ ਕੱਟ ਦਿੱਤਾ ਗਿਆ। ਤਾਂ ਬੀਤੇ ਦਿਨੀ ਮੀਟਰ ਕੱਟਿਆ ਗਿਆ ਸੀ ਤਾਂ ਮੁਲਾਜ਼ਮ ਜਿਹੜੇ ਫਾਇਰ ਅਫਸਰ ਹੈਗੇ ਨੇ ਜਾਂ ਫਾਇਰ ਸਟੇਸ਼ਨ ਦੇ ਮੁਲਾਜ਼ਮ ਹੈਗੇ ਨੇ ਰਾਤ ਦੇ ਹਨੇਰੇ ਦੇ ਵਿੱਚ ਮੋਮਬੱਤੀਆਂ ਬਾਲ ਕੇ ਕੰਮ ਕਰਦੇ ਦਿਖਾਈ ਦਿੱਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਕਰੋਲ ਬਾਗ ਨਵੀਂ ਦਿੱਲੀ ਦੇ ਅਹੁਦੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ। ਮਾਈ ਭਾਗੋ ਕਰੋਲ ਬਾਗ ਨਵੀਂ ਦਿੱਲੀ ਤੋਂ ਜੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਕਰੋਲ ਬਾਗ ਹੈਗਾ, ਇਹਨਾਂ ਵੱਲੋਂ 16 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਾਪਤ ਕੀਤੇ ਗਏ ਸੀ। ਇਸ ਤੋਂ ਇਲਾਵਾ 10 ਫਰਵਰੀ ਨੂੰ ਇਹਨਾਂ ਨੇ ਬੱਸ ਦੇ ਰਾਹੀਂ ਭੋਪਾਲ ਤੋਂ 200 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਿੱਲੀ ਪਹੁੰਚਾਏ ਸੀ। ਤਾਂ ਇਸ ਮਾਮਲੇ ਦਾ ਜਦੋਂ ਜਥੇਦਾਰ ਤੱਕ ਖਬਰ ਪਹੁੰਚੀ ਤਾਂ ਉਹਨਾਂ ਨੇ ਹੁਣ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਕਰੋਲ ਬਾਗ ਦੇ ਜਿੰਨੇ ਵੀ ਅਹੁਦੇਦਾਰ ਹੈਗੇ ਉਹਨਾਂ ਨੂੰ ਤਲਬ ਕਰ ਲਿਆ। ਤੇ ਹੁਣ ਨਜ਼ਰ ਮਾਰਦੇ ਹਾਂ ਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਤੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਡੈਥ ਸਰਟੀਫਿਕੇਟ ਬਣਾ ਕੇ ਉਸ ਨੂੰ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਅਪਲੋਡ ਵੀ ਕਰ ਦਿੱਤਾ ਗਿਆ। ਜਿਸ ਨੇ ਵੀ ਇਹ ਕਾਰਵਾਈ ਕੀਤੀ ਹੈ ਅਣਪਛਾਤਿਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦਰਅਸਲ ਕੀ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਡੈਥ ਸਰਟੀਫਿਕੇਟ ਦੀ ਕਾਪੀ ਜੋ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹੁੰਦਾ ਉਹ ਕਾਫੀ ਵਾਇਰਲ ਹੁੰਦੀ ਹੈ। ਤੇ ਜਿਹੜਾ ਸਰਟੀਫਿਕੇਟ ਜਾਰੀ ਕੀਤਾ ਗਿਆ ਉਹ ਉੱਤਰ ਪ੍ਰਦੇਸ਼ ਦੇ ਸੋਨਭਦਰ ਦੇ ਜਿਹੜਾ ਹੈ ਪੰਨੂਗੰਜ ਦੇ ਸ਼ਾਹਗੰਜ ਜਿਹੜੇ PHC ਹੈ ਹੈਲਥ ਸੈਂਟਰ ਹੈ ਉਹਨਾਂ ਦਾ ਜ਼ਿਕਰ ਕੀਤਾ ਗਿਆ ਕਿ ਉੱਥੋਂ ਇਹ ਬਣਾਇਆ ਗਿਆ ਜੋ ਡੈਥ ਸਰਟੀਫਿਕੇਟ ਹੈ, ਮੌਤ ਦਾ ਸਰਟੀਫਿਕੇਟ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਆ ਜੋ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਉਸ ਦੇ ਮੁਤਾਬਕ ਸਰਟੀਫਿਕੇਟ 2 ਫਰਵਰੀ 2023 ਨੂੰ ਮਨੋਹਰ ਲਾਲ ਖੱਟਰ ਪੁੱਤਰ ਹਰਬੰਸ ਲਾਲ ਦੇ ਨਾਂ ਤੇ ਜਾਰੀ ਕੀਤਾ ਗਿਆ। ਇਸ ਦੇ ਵਿੱਚ ਮੌਤ ਜਿਹੜੀ ਆ ਉਹ 5 ਮਈ 2022 ਨੂੰ ਦਰਜ ਕੀਤੀ ਗਈ ਹੈ। ਤੇ ਪਤਾ ਵੀ ਜਿਹੜਾ ਹੈਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਜਿਹੜਾ ਹੈ ਅਸਲ ਠਿਕਾਣਾ ਉੱਥੋਂ ਦਾ ਦਿੱਤਾ ਹੋਇਆ, ਮਾਤਾ ਪਿਤਾ ਦਾ ਵੀ ਜਿਹੜਾ ਨਾਮ ਹੈ ਬਿਲਕੁਲ ਦਰੁਸਤ ਲਿਖਿਆ ਹੋਇਆ। ਤਾਂ ਇਸ ਨੂੰ ਜਿਹੜਾ ਹੈ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਕਾਂਗਰਸ ਵੱਲੋਂ ਅੱਜ ਹਾਥ ਸੇ ਹਾਥ ਜੋੜੋ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸ਼ੁਰੂਆਤ ਮੌਕੇ ਦੇ ਉੱਪਰ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਹੈ ਕਿ ਅਸੀਂ ਸੰਸਦ ਦੇ ਵਿੱਚ ਮੁੱਦਾ ਚੁੱਕਿਆ ਕਿ ਜਿਸ ਵਿਅਕਤੀ ਦੀ ਸਾਲ 2019 ਦੇ ਵਿੱਚ 1 ਲੱਖ ਕਰੋੜ ਰੁਪਇਆ ਆਮਦਨ ਸੀ, 2.5 ਸਾਲਾਂ ਦੇ ਵਿੱਚ ਉਹ 13 ਲੱਖ ਕਰੋੜ ਕਿਵੇਂ ਹੋ ਗਈ ਹੈ, ਇੰਨੀ ਵੱਡੀ ਆਮਦਨ ਦੇ ਵਿੱਚ ਵਾਧਾ ਕਿਵੇਂ ਹੋਇਆ। ਉਹਨਾਂ ਨੇ ਕਿਹਾ ਕਿ ਜੋ 2 ਲੱਖ ਰੁਪਏ ਕਮਾ ਰਹੇ ਨੇ ਕਿ ਉਹਨਾਂ ਦੀ ਆਮਦਨ ਦੇ ਵਿੱਚ ਵੀ ਇਵੇਂ ਵਾਧਾ ਹੋ ਜਾਵੇਗਾ। ਅਜਿਹਾ ਜਿਹੜਾ ਹੈ ਕੀ ਜਾਦੂ ਹੈ ਜੋ ਉਸ ਵਿਅਕਤੀ ਵਿਸ਼ੇਸ਼ ਦੀ ਆਮਦਨ ਦੇ ਵਿੱਚ ਵਾਧਾ ਹੋਇਆ, ਅਜਿਹਾ ਕੀ ਜਾਦੂ ਵਾਪਰਿਆ ਉਸ ਦੇ ਨਾਲ। ਇਹ ਸਵਾਲ ਜਿਹੜੇ ਆ ਸੰਸਦ ਦੇ ਵਿੱਚ ਚੁੱਕੇ ਗਏ। ਤਾਂ ਅੱਜ ਜਿਹੜੀ ਆ ਕਾਂਗਰਸ ਵੱਲੋਂ ਹਾਥ ਸੇ ਹਾਥ ਜੋੜੋ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤ੍ਰਿਪੁਰਾ ਦੇ ਅੰਬਾਸਾ ਦੇ ਵਿੱਚ ਭਾਜਪਾ ਦੀ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਹੋਏ ਸੀ। ਉਹਨਾਂ ਨੇ ਜਿਹੜਾ ਕਿਹਾ ਹੈ ਕਿ ਤ੍ਰਿਪੁਰਾ ਚੋਣਾਂ ਲਈ ਇਹ ਮੇਰੀ ਪਹਿਲੀ ਜਨਸਭਾ ਤੇ ਜਿੱਥੋਂ ਤੱਕ ਮੈਂ ਦੇਖ ਸਕਦਾ ਲੋਕ ਵੱਡੀ ਗਿਣਤੀ ਦੇ ਵਿੱਚ ਮੈਨੂੰ ਦਿਖਾਈ ਦੇ ਰਹੇ ਨੇ, ਮੈਂ ਤੁਹਾਡਾ ਦਿਲੋਂ ਧੰਨਵਾਦੀ ਰਵਾਂਗਾ। ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਤ੍ਰਿਪੁਰਾ ਦੇ ਵਿੱਚ ਤ੍ਰਿਪੁਰਾ ਨੂੰ ਹਿੰਸਾ ਤੋਂ ਮੁਕਤ ਕਰ ਦਿੱਤਾ ਹੈ। ਤ੍ਰਿਪੁਰਾ ਵਿੱਚ ਪਹਿਲਾਂ ਸਿਰਫ ਇੱਕ ਹੀ ਪਾਰਟੀ ਦਾ ਝੰਡਾ ਲਹਿਰਾਉਣ ਦਾ ਅਧਿਕਾਰ ਸੀ ਅਤੇ ਹਰ ਕੰਮ ਲਈ ਚੰਦਾ ਦੇਣਾ ਪੈਂਦਾ ਸੀ, ਪਰ ਭਾਜਪਾ ਸਰਕਾਰ ਨੇ ਹਿੰਸਾ ਤੇ ਦਾਨ ਦੇ ਇਸ ਸੱਭਿਆਚਾਰ ਤੋਂ ਆਜ਼ਾਦੀ ਹਾਸਲ ਕਰ ਲਈ ਹੈ। ਤ੍ਰਿਪੁਰਾ ਦੇ ਵਿੱਚ ਚੋਣਾਂ ਆ ਰਹੀਆਂ ਨੇ, ਜਿਸ ਨੂੰ ਦੇਖਦੇ ਹੋਏ ਹੁਣ ਸਾਰੀਆਂ ਸਿਆਸੀ ਪਾਰਟੀਆਂ ਖਾਸ ਕਰਕੇ ਬੀਜੇਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤ੍ਰਿਪੁਰਾ ਪਹੁੰਚੇ ਅਤੇ ਸੰਬੋਧਨ ਉਹਨਾਂ ਨੇ ਕੀਤਾ। ਉਧਰ ਦਿੱਲੀ ਦੇ ਉਪ ਰਾਜਪਾਲ VK ਸਕਸੇਨਾ ਨੇ ਆਮ ਆਦਮੀ ਪਾਰਟੀ ਵੱਲੋਂ ਨਾਮਜ਼ਦ ਕੀਤੇ ਪ੍ਰਾਈਵੇਟ ਡਿਸਕੌਮ ਦੇ 2 ਮੈਂਬਰਾਂ ਨੂੰ ਹਟਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ND ਗੁਪਤਾ ਤੇ ਨਵੀਨ ਗੁਪਤਾ ਨੂੰ ਬੋਰਡ ਤੋਂ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ LG ਦੀ ਇਸ ਕਾਰਵਾਈ ਤੇ ਆਮ ਆਦਮੀ ਪਾਰਟੀ ਨੇ ਸਵਾਲ ਖੜੇ ਕੀਤੇ ਹੈ, ਜਵਾਬੀ ਕਾਰਵਾਈ ਕੀਤੀ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਦੋਵਾਂ ਲੀਡਰਾਂ ਨੂੰ ਡਿਸਕੌਮ ਦੇ ਬੋਰਡ ਤੋਂ ਹਟਾਉਣ ਦਾ ਉਪ ਰਾਜਪਾਲ ਦਾ ਹੁਕਮ ਗੈਰ ਕਾਨੂੰਨੀ ਹੈ, ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ, ਇਹ ਗੈਰ ਸੰਵਿਧਾਨਿਕ ਕੀਤਾ ਗਿਆ।
ਉਹਨਾਂ ਨੇ ਕਿਹਾ ਕਿ ਉਪ ਰਾਜਪਾਲ ਦੇ ਕੋਲ ਅਜਿਹਾ ਆਦੇਸ਼ ਜਾਰੀ ਕਰਨ ਸੰਬੰਧੀ ਕੋਈ ਵੀ ਸ਼ਕਤੀ ਨਹੀਂ ਹੈ। ਸਿਰਫ ਚੁਣੀ ਹੋਈ ਸਰਕਾਰ ਦੇ ਕੋਲ ਬਿਜਲੀ ਬਾਰੇ ਆਦੇਸ਼ ਜਾਰੀ ਕਰਨ ਦੀ ਸ਼ਕਤੀ ਹੁੰਦੀ ਹੈ ਤੇ ਇਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਵੀ ਮਜ਼ਾਕ ਦੱਸਿਆ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜਦੋਂ ਤੋਂ ਰੂਸ ਤੇ ਯੂਕਰੇਨ ਦੇ ਵਿੱਚ ਯੁੱਧ ਸ਼ੁਰੂ ਹੋਇਆ ਉਦੋਂ ਤੋਂ ਹੀ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਹਿੰਗਾਈ ਦਰ 5.3% ਰਹਿਣ ਦਾ ਅਨੁਮਾਨ ਹੈ। ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਮੁੜ ਤੋਂ ਡਿੱਗ ਸਕਦੀਆਂ ਨੇ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਡਿੱਗਦੀਆਂ ਨਹੀਂ ਪਈਆਂ ਸੀ। ਇਸ ਵੇਲੇ ਸਥਿਤੀ 6 ਮਹੀਨੇ ਪਹਿਲਾਂ ਵਾਂਗ ਨਹੀਂ ਹੈ, ਜ਼ੋਖਮ ਵੀ ਬਰਾਬਰ ਸੰਤੁਲਿਤ ਹੈ। ਉਧਰ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਕਿਹਾ ਕਿ ਸੂਬੇ ਭਰ ਦੇ ਵਿੱਚ ਬਾਲ ਵਿਵਾਹ ਅਤੇ ਇਹਨਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਦੌਰਾਨ ਹੁਣ ਤੱਕ 2799 ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਗ੍ਰਿਫਤਾਰੀਆਂ ਦੇ ਵਿੱਚ ਪੰਡਤ ਮੌਲਵੀ ਵੀ ਸ਼ਾਮਲ ਹੈ ਜਿਨ੍ਹਾਂ ਨੇ ਵਿਆਹ ਕਰਵਾਏ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਦੇ ਲਈ ਇਸ ਸਮਾਜਿਕ ਬੁਰਾਈ ਦੇ ਖਿਲਾਫ ਅਭਿਆਨ ਜੋ ਛੇੜਿਆ ਹੋਵੇਗਾ ਇਹ ਲਗਾਤਾਰ ਜਾਰੀ ਰਹੇਗਾ। ਅਸੀਂ ਇਸ ਸਮਾਜਿਕ ਅਪਰਾਧ ਦੇ ਖਿਲਾਫ ਆਪਣੀ ਲੜਾਈ ਅਸਮ ਦੇ ਲੋਕਾਂ ਦਾ ਸਮਰਥਨ ਕਰਨਾ ਚਾਹੁੰਦੇ ਹਾਂ ਤਾਂ ਜੋ ਬਾਲ ਵਿਵਾਹ ਦੀ ਰੀਤ ਨੂੰ ਸੂਬੇ ਦੇ ਵਿੱਚ ਖਤਮ ਕੀਤਾ ਜਾ ਸਕੇ। ਉਹਦੇ DGCA ਨੇ 에ਅਰ ਏਸ਼ੀਆ ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇਹ ਜੁਰਮਾਨਾ 에ਅਰ ਏਸ਼ੀਆ ਤੇ DGCA ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਤਹਿਤ ਲਗਾਇਆ ਹੋਇਆ। ਦਰਅਸਲ ਜਾਂਚ ਦੇ ਦੌਰਾਨ ਇਹ ਪਾਇਆ ਗਿਆ ਕਿ 에ਅਰ ਏਸ਼ੀਆ ਦੇ ਪਾਇਲਟ ਦੀ ਨਿਪੁੰਨਤਾ ਦੀ ਜਾਂਚ ਦੇ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ DGCA ਨੇ ਡਿਊਟੀ 'ਚ ਅਣਗਹਿਲੀ ਲਈ 에ਅਰ ਏਸ਼ੀਆ ਦੇ ਜਿਹੜੇ 8 ਜਾਂਚਕਰਤਾਵਾਂ ਤੇ 3-3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। 에ਅਰ ਏਸ਼ੀਆ ਦੇ ਮੈਨੇਜਰ, ਟ੍ਰੇਨਿੰਗ ਹੈੱਡ ਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ 20 ਲੱਖ ਰੁਪਏ 에ਅਰ ਏਸ਼ੀਆ ਦੇ ਉੱਪਰ ਜੁਰਮਾਨਾ ਲਗਾ ਦਿੱਤਾ ਹੈ। ਉਧਰ ਭਾਰਤ ਨੇ ਨਾਗਪੁਰ ਦੇ ਵਿੱਚ ਟੈਸਟ ਮੈਚ ਆਸਟ੍ਰੇਲੀਆ ਤੋਂ 1 ਪਾਰੀ ਅਤੇ 132 ਦੌੜਾਂ ਦੇ ਨਾਲ ਜਿੱਤ ਲਿਆ। ਆਸਟ੍ਰੇਲੀਆ ਨੂੰ 132 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਦੂਸਰੀ ਪਾਰੀ ਦੇ ਵਿੱਚ ਆਸਟ੍ਰੇਲੀਆ ਦੀ ਟੀਮ 100 ਦੌੜਾਂ ਵੀ ਨਹੀਂ ਬਣਾ ਸਕੀ, ਸਿਰਫ 91 ਦੌੜਾਂ ਦੇ ਉੱਪਰ ਹੀ ਆਲ ਆਊਟ ਹੋ ਗਈ ਸੀ। ਭਾਰਤ ਲਈ ਆਰ ਅਸ਼ਵਿਨ ਨੇ 5 ਵਿਕਟਾਂ ਹਾਸਲ ਕੀਤੀਆਂ ਜਦਕਿ ਜਡੇਜਾ ਤੇ ਸ਼ਮੀ ਨੂੰ 2-2 ਵਿਕਟਾਂ ਮਿਲੀਆਂ। ਅਕਸ਼ਰ ਪਟੇਲ ਨੇ 1 ਵਿਕਟ ਆਪਣੇ ਨਾਮ ਕੀਤੀ। ਇਸ ਜਿੱਤ ਦੇ ਨਾਲ ਭਾਰਤ ਨੇ 4 ਮੈਚਾਂ ਦੀ ਲੜੀ ਦੇ ਵਿੱਚ 1-0 ਦੀ बढ़त ਬਣਾ ਲਈ ਹੈ। ਤੇ ਹੁਣ ਨਜ਼ਰ ਮਾਰਦੇ ਹਾਂ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਉੱਪਰ। ਸਭ ਤੋਂ ਪਹਿਲਾਂ ਗੱਲ ਕਰਾਂਗੇ ਤੁਰਕੀ ਦੀ। ਤੁਰਕੀ ਤੇ ਸੀਰੀਆ ਦੇ ਵਿੱਚ ਭੂਚਾਲ ਦੇ ਕਾਰਨ ਜਿੱਥੇ ਵੱਡੇ ਪੱਧਰ ਤੇ ਉੱਪਰ ਰੈਸਕਿਊ ਚੱਲ ਰਹੇ ਨੇ ਤਾਂ ਜਿਵੇਂ ਰੈਸਕਿਊ ਆਪਰੇਸ਼ਨ ਅੱਗੇ ਵਧਦਾ ਜਾ ਰਿਹਾ ਤਾਂ ਉਵੇਂ ਹੀ ਮੌਤਾਂ ਦਾ ਅੰਕੜਾ ਜਿਹੜਾ ਹੈਗਾ ਆ ਉਹ ਵੀ ਵਧਦਾ ਜਾ ਰਿਹਾ। ਤਾਂ ਹੁਣ ਜੋ ਤੇਜ਼ੀ ਦੇ ਨਾਲ ਆਪਰੇਸ਼ਨ ਚੱਲ ਰਿਹਾ ਤਾਂ ਇਸ ਦੇ ਵਿੱਚ ਹੁਣ ਮੌਤਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ 24,000 ਨੂੰ ਪਾਰ ਕਰ ਚੁੱਕੀ ਹੈ ਤੇ ਹਜ਼ਾਰਾਂ ਹੀ ਲੋਕ ਜਿਹੜੇ ਆ ਉਹ ਜ਼ਖਮੀ ਨੇ। ਤਾਂ 85,000 ਦੇ ਕਰੀਬ ਲੋਕ ਜ਼ਖਮੀ ਪਾਏ ਗਏ ਨੇ ਜਿਨ੍ਹਾਂ ਦੀ ਹਾਲਤ ਜਿਹੜੀ ਹੈ ਉਹਨਾਂ ਦੇ ਵਿੱਚੋਂ 4,000 ਲੋਕਾਂ ਦੀ ਹਾਲਤ ਹਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਕਈ ਹੋਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਜਤਾਇਆ ਗਿਆ। ਉਧਰ ਕੈਨੇਡਾ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ਅਰਥਚਾਰੇ ਦੇ ਵਿੱਚ 1,50,000 ਲੋਕਾਂ ਨੂੰ ਰੋਜ਼ਗਾਰ ਅਸੀਂ ਮੁਹੱਈਆ ਕਰਵਾ ਦਿੱਤਾ ਹੈ। ਪਿਛਲੇ ਮਹੀਨੇ ਲੇਬਰ ਫੋਰਸ ਵਿੱਚ 1,53,000 ਲੋਕ ਸ਼ਾਮਲ ਹੋਏ ਤੇ ਬੇਰੁਜ਼ਗਾਰੀ ਦਰ ਜਿਹੜੀ ਹੈ ਉਹ 5% ਦੇ ਉੱਪਰ ਜਿਹੜੀ ਹੈ ਉਹ ਸਥਿਰ ਰਹੀ ਹੈ। ਇਸ ਤੋਂ ਪਹਿਲਾਂ ਬੇਰੁਜ਼ਗਾਰੀ ਦੇ ਵਿੱਚ 4.9% ਭਾਰੀ ਗਿਰਾਵਟ ਜਿਹੜੀ ਹੈ ਦਰਜ ਕੀਤੀ ਗਈ ਸੀ। ਤਾਂ ਕੈਨੇਡਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਦੇ ਵਿੱਚ ਰੋਜ਼ਗਾਰ ਦੇ ਕਈ ਅਵਸਰ ਜਿਹੜੇ ਹੈਗੇ ਨੇ ਤਾਂ ਰੋਜ਼ਗਾਰ ਦੇ ਮਾਮਲੇ ਦੇ ਵਿੱਚ ਲਗਭਗ ਹਰੇਕ ਖੇਤਰ ਦੇ ਵਿੱਚ ਵਾਧਾ ਹੋਇਆ, ਇਹ ਦਾਅਵਾ ਕੀਤਾ ਗਿਆ। ਇਸ ਦੇ ਨਾਲ ਹੀ ਸਭ ਤੋਂ ਵੱਡਾ ਜਿਹੜਾ ਫਾਇਦਾ ਹੈਗਾ ਉਹ ਹੋਲਸੇਲ ਤੇ ਰਿਟੇਲਰ ਨੂੰ ਹੋਇਆ, ਇਹ ਦਾਅਵਾ ਕੀਤਾ ਗਿਆ ਕੈਨੇਡਾ ਦੇ ਵੱਲੋਂ। ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ 20 ਸਾਲ ਦੀ ਖੁਸ਼ਨੀਤ ਕੌਰ ਵੱਲੋਂ ਜੋ 7 ਫਰਵਰੀ ਨੂੰ ਖੁਦਕੁਸ਼ੀ ਕੀਤੀ ਗਈ ਸੀ ਤਾਂ ਇਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਉਹ ਡਿਪਰੈਸ਼ਨ ਦੇ ਵਿੱਚ ਰਹਿ ਰਹੀ ਹੈ। ਤਾਂ ਹੁਣ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਖੁਸ਼ਨੀਤ ਕੌਰ ਦੇ ਪਿਤਾ ਸਾਹਮਣੇ ਆਏ ਆ। ਉਹਨਾਂ ਨੇ ਇੱਕ ਰੇਡੀਓ ਚੈਨਲ ਦੇ ਉੱਪਰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਅਕਸਰ ਰੋਜ਼ਾਨਾ ਆਪਣੀ ਧੀ ਦੇ ਨਾਲ ਗੱਲਬਾਤ ਹੁੰਦੀ ਸੀ ਫੋਨ ਦੇ ਉੱਪਰ ਤੇ ਅਜਿਹਾ ਕਦੇ ਵੀ ਨਹੀਂ ਸੀ ਹੋ ਰਿਹਾ ਕਿ ਉਹਨਾਂ ਨੂੰ ਲੱਗੇ ਕਿ ਖੁਸ਼ਨੀਤ ਕੌਰ ਕਿਸੇ ਡਿਪਰੈਸ਼ਨ ਦੇ ਵਿੱਚ ਹੈਗੀ ਹੈ ਜਾਂ ਉਹਨਾਂ ਨੂੰ ਲੱਗਦਾ ਹੋਵੇ। ਉਹਨਾਂ ਨੇ ਕਿਹਾ ਕਿ ਇਸ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਅਸੀਂ ਆਪਣੀ ਧੀ ਦੇ ਉੱਪਰ ਇੰਡੀਆ ਪੈਸੇ ਭੇਜਣ ਸੰਬੰਧੀ ਵੀ ਅਜਿਹਾ ਕੋਈ ਵੀ ਦਬਾਅ
ਨਹੀਂ ਬਣਾਇਆ ਸੀ ਤੇ ਨਾ ਹੀ ਕੋਈ ਕੰਮ ਕਰਨ ਦਾ ਦਬਾਅ ਬਣਾਇਆ ਹੋਇਆ ਸੀ। ਇਸ ਕਰਕੇ ਉਹਨਾਂ ਦੀ ਧੀ ਜਿਹੜੀ ਹੈ ਡਿਪਰੈਸ਼ਨ ਦੇ ਵਿੱਚ ਨਹੀਂ ਲੱਗਦੀ। ਇਸ ਮਾਮਲੇ ਦੀ ਜਿਹੜੀ ਹੈ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ। ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਦੇ ਮੇਅਰ ਜੌਨ ਟੇਰੀ ਨੇ ਮੇਅਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇੱਕ ਕਰਮਚਾਰੀ ਦੇ ਨਾਲ ਸਬੰਧਾਂ ਦੇ ਹੋਣ ਦੀ ਜਿਹੜੀ ਹੈ ਗੱਲ ਕਬੂਲ ਲਈ ਹੈ, ਸਵੀਕਾਰ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜੌਨ ਟੋਰੀ ਜਿਹੜੇ ਹੈਗੇ ਨੇ 4 ਮਹੀਨੇ ਪਹਿਲਾਂ ਤੀਸਰੀ ਵਾਰ ਟੋਰਾਂਟੋ ਸ਼ਹਿਰ ਦੇ ਮੇਅਰ ਚੁਣੇ ਗਏ ਸੀ। ਜੌਨ ਟੇਰੀ ਜਿਹੜੇ ਹੈਗੇ 2014 ਦੇ ਵਿੱਚ ਪਹਿਲੀ ਵਾਰ ਮੇਅਰ ਚੁਣੇ ਗਏ ਸੀ। 68 ਸਾਲ ਦੇ ਜੌਨ ਜਿਹੜੇ ਹੈਗੇ ਨੇ ਉਹਨਾਂ ਦਾ ਕਥਿਤ ਤੌਰ ਦੇ ਉੱਪਰ 31 ਸਾਲ ਦੀ ਮਹਿਲਾ ਆਪਣੀ ਹੀ ਕਰਮਚਾਰੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਕਥਿਤ ਤੌਰ ਦੇ ਉੱਪਰ ਜਿਹੜਾ ਸਬੰਧ ਹੋਣ ਦੇ ਉਹਨਾਂ ਨੇ ਗੱਲ ਜੋ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਅੱਜ ਕਬੂਲਿਆ ਤੇ ਆਪਣਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਉਧਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਖਾਤਿਆਂ ਨੂੰ ਬਹਾਲ ਕਰ ਦਿੱਤਾ ਗਿਆ। ਮੇਟਾ ਵੱਲੋਂ ਬਹਾਲੀ ਕੀਤੀ ਗਈ ਹੈ। ਦਰਅਸਲ ਡੋਨਾਲਡ ਟਰੰਪ ਨੇ ਜਦੋਂ ਸਾਲ 2020 ਦੀਆਂ ਚੋਣਾਂ ਹੋਈਆਂ ਸੀ ਤਾਂ ਉਸ ਦੌਰਾਨ ਦਾਅਵਾ ਕੀਤਾ ਸੀ ਕਿ ਚੋਣਾਂ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਹੈ VOTING ਦੇ ਵਿੱਚ ਧੋਖਾ ਹੋਇਆ, ਜਿਸ ਤੋਂ ਬਾਅਦ ਫੇਸਬੁੱਕ ਨੇ ਹਿੰਸਾ ਭੜਕਾਉਣ ਦੇ ਦੋਸ਼ਾਂ ਦੇ ਤਹਿਤ ਡੋਨਾਲਡ ਟਰੰਪ ਦੇ ਖਾਤੇ ਜਿਹੜੇ ਆ ਉਹ ਪਾਬੰਦੀ ਲਗਾ ਦਿੱਤੀ ਸੀ, ਬਲੌਕ ਕਰ ਦਿੱਤੇ ਸੀ। ਇਸ ਤੋਂ ਪਹਿਲਾਂ ਟਵਿੱਟਰ ਨੇ ਵੀ ਡੋਨਾਲਡ ਟਰੰਪ ਦੇ ਉੱਪਰ ਪਾਬੰਦੀ ਲਗਾਈ ਸੀ, ਪਰ ਜਿਸ ਤੋਂ ਬਾਅਦ ਐਲਨ ਮਸਕ ਦੁਆਰਾ ਜਦੋਂ ਟਵਿੱਟਰ ਨੂੰ ਖਰੀਦਿਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਡੋਨਾਲਡ ਟਰੰਪ ਦਾ ਖਾਤਾ ਬਹਾਲ ਕਰ ਦਿੱਤਾ ਗਿਆ ਸੀ। ਹਾਲਾਂਕਿ ਡੋਨਾਲਡ ਟਰੰਪ ਨੇ ਆਪਣਾ ਟਵਿੱਟਰ ਤੇ ਖਾਤਾ ਜਿਹੜਾ ਉਹ ਸ਼ੁਰੂ ਨਹੀਂ ਕੀਤਾ, ਐਕਟਿਵ ਉੱਤੇ ਕੋਈ ਪੋਸਟ ਨਹੀਂ ਪਾਈ। ਡੋਨਾਲਡ ਟਰੰਪ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਹੀ ਐਕਟਿਵ ਅੱਜਕੱਲ ਦਿਖਾਈ ਦੇ ਰਹੇ ਨੇ। ਤਾਂ ਇਹ ਸੀ ਅੱਜ ਦੀਆਂ ਉਹ तमाम ਦੇਸ਼ ਵਿਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।